ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਲਾਈਵ ਆਉਣ ਦੇ ਪਿੱਛੇ ਬਹੁਤ ਹੀ ਇੰਪੋਰਟੈਂਟ ਗੱਲ ਕਹਿਣੀ ਆ ਸਾਰਿਆਂ ਨੂੰ। ਔਰ ਪੰਜਾਬ, ਹਰਿਆਣਾ, ਰਾਜਸਥਾਨ, यूपी, ਬੰਗਾਲ, ਵੈਸਟ ਬੰਗਾਲ, ਆਲ ਓਵਰ ਇੰਡੀਆ ਇੱਕ ਜਿਹੜਾ ਮੈਸੇਜ ਆ ਉਹ ਸਾਡੇ ਵੱਲੋਂ ਇਹੀ ਮੈਸੇਜ ਆ। ਫਾਰਮਰ ਪ੍ਰੋਟੈਸਟ ਜਿਹੜਾ ਹੋ ਰਿਹਾ ਆ ਉਹਦੇ ਵਿੱਚ ਜੋ ਇੱਕ ਫਾਰਮਰਸ ਦੀਆਂ ਨਾਰਾਜ਼ਗੀ ਹੈਗੀ ਹੈ ਜੋ ਇਸ ਟਾਈਮ ਦੇ ਉੱਤੇ ਉਹ ਹੈਗੀ ਹੈ ਬੀਜੇਪੀ ਗਵਰਨਮੈਂਟ ਤੋਂ। ਔਰ ਬੀਜੇਪੀ ਗਵਰਨਮੈਂਟ ਤੋਂ ਨਾਰਾਜ਼ਗੀ ਹੋਣੀ ਲਾਜ਼ਮੀ ਆ ਕਿਉਂਕਿ ਬੀਜੇਪੀ ਗਵਰਨਮੈਂਟ ਨੇ ਹੁਣ ਤੱਕ ਫਾਰਮਰਸ ਵਾਸਤੇ ਕੁਝ ਨਹੀਂ ਕੀਤਾ। ਕਿਉਂਕਿ ਫਾਰਮਰਸ ਸਾਡੇ ਪਿਛਲੇ 4 ਮਹੀਨੇ ਹੋ ਗਏ ਉੱਥੇ ਬੈਠੇ ਨੇ, ਬਾਰਡਰਸ ਦੇ ਉੱਤੇ ਬੈਠੇ ਨੇ। ਸੋ ਦੇ ਹੈਵਨਟ ਡਨ ਐਨੀਥਿੰਗ ਫॉर ਫਾਰਮਰਸ ਐਕਸੈਪਟ ਉਹਨਾਂ ਨੂੰ ਹਰਾਸਮੈਂਟ ਕੀਤੀ ਆ। ਉਹਨਾਂ ਨੇ ਉੱਥੇ ਬਿਜਲੀ ਕੱਟਤੀ, ਭਾਵੇਂ ਇੰਟਰਨੈਟ ਕੱਟਤਾ, ਭਾਵੇਂ ਸਾਡੇ ਭਰਾਵਾਂ ਨੂੰ ਜੇਲ੍ਹ ਦੇ ਅੰਦਰ ਕਰਤਾ, ਭਾਵੇਂ ਪੋਲੀਟਿਕਸ ਖੇਡੀ ਬਹੁਤ ਤਰ੍ਹਾਂ ਦੀ ਬੀਜੇਪੀ ਔਰ ਆਰਐਸਐਸ ਨੇ। ਸੋ ਬੇਸਿਕਲੀ ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ ਵੀ ਜੋ ਇਹ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਤੇ ਡਿਫਰੈਂਟ ਏਜੰਡਾਜ਼ ਦੇ ਨਾਲ ਲੋਕੀ ਬਹੁਤ ਕੁਝ ਬੋਲ ਰਹੇ ਨੇ, ਜਿਵੇਂ ਕਿ ਹਿੰਦੂ ਸਿੱਖ ਦੇ ਉੱਤੇ ਲੜਾਈ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਇਹ ਜੀ ਕੋਈ ਥਿੰਕਿੰਗ ਨਹੀਂ ਗੀ। ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਹਾਂ ਔਰ ਸਾਡੇ ਮੋਰਚੇ ਦੇ ਉੱਤੇ ਕਿਸਾਨ ਵੀ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਆ। ਸਾਡਾ ਇਹ ਸਾਰੀਆਂ ਚੀਜ਼ਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸਾਡੇ ਜਿੰਨੇ ਵੀ ਕਿਸਾਨ ਬੈਠੇ ਨੇ ਉਹ ਸਾਰੇ ਧਰਮਾਂ ਨੂੰ ਬਿਲੋਂਗ ਕਰਦੇ ਨੇ। ਉੱਥੇ ਹਿੰਦੂ ਵੀ ਆਉਂਦੇ ਨੇ, ਮੁਸਲਿਮ ਵੀ ਆਉਂਦੇ ਨੇ, ਸਿੱਖ ਵੀ ਆਉਂਦੇ ਨੇ। ਔਰ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹੀ ਲਿਖਿਆ ਹੈ ਕਿ ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰੀਏ। ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਦੀ ਬਾਣੀ ਵੀ ਹੈ। ਸੋ ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ। ਸੋ ਇਹ ਕਹਿੰਦੇ ਨੇ ਵੀ ਇੱਥੇ ਬੀਜੇਪੀ ਲੀਡਰ ਨੂੰ ਡਿਸਰਿਸਪੈਕਟ ਕੀਤਾ ਗਿਆ, ਉਹਦੇ ਕੱਪੜੇ ਫਾੜੇ ਗਏ, ਉਹਦੇ ਨਾਲ ਬਦਸਲੂਕੀ ਕੀਤੀ ਗਈ। ਜੇ ਇਹ ਬੀਜੇਪੀ ਲੀਡਰ ਕੋਈ ਹੋਰ ਵੀ ਹੁੰਦਾ, ਜੇ ਬੀਜੇਪੀ ਲੀਡਰ ਸਰਦਾਰ ਵੀ ਹੁੰਦਾ ਤੇ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਹੀ ਉਹਦੇ ਨਾਲ ਵੀ ਇਸੇ ਤਰੀਕੇ ਦਾ ਸਲੂਕ ਹੀ ਹੋਣਾ ਸੀਗਾ। ਕਿਉਂਕਿ ਇਸ ਟਾਈਮ ਦੇ ਉੱਤੇ ਲੋਕੀ ਬਹੁਤ ਹੀ ਜ਼ਿਆਦਾ ਫਰਸਟ੍ਰੇਟਡ ਆ ਬੀਜੇਪੀ ਗਵਰਨਮੈਂਟ ਤੋਂ, ਬੀਜੇਪੀ ਦੇ ਲੋਕਾਂ ਤੋਂ। ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚੋਂ ਬਜ਼ੁਰਗ ਸ਼ਹੀਦ ਹੋ ਗਏ। ਬਹੁਤ ਸਾਰੇ ਲੋਕੀ ਜਿਹੜੇ ਆ ਉਹ ਕਿਹਨੂੰ ਕਹਿੰਦੇ ਆ ਜੇਲ੍ਹਾਂ ਦੇ ਵਿੱਚ ਚਲੇ ਗਏ ਔਰ ਬਹੁਤ ਸਾਰੇ ਲੋਕੀ ਉੱਥੇ ਇਸ ਟਾਈਮ ਦੇ ਉੱਤੇ ਬੈਠੇ ਹੋਏ ਆ। ਔਰ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਤੁਸੀਂ ਬਹੁਤ ਜ਼ਿਆਦਾ ਅੰਤ ਹੋ ਜਾਂਦਾ ਨਾ ਕਿਸੇ ਵੀ ਚੀਜ਼ ਦਾ, ਸਰਦੀਆਂ ਨਿਕਲ ਗਈਆਂ, ਗਰਮੀਆਂ ਆ ਗਈਆਂ ਨੇ ਔਰ ਹਜੇ ਤੱਕ ਗਵਰਨਮੈਂਟ ਜਿਹੜੀ ਆ ਡੈਮੋਕ੍ਰੇਸੀ ਦੇ ਵਿੱਚ ਮੰਨ ਨਹੀਂ ਰਹੀ। ਸੋ ਬਹੁਤ ਸਾਰੇ ਗੁੱਸਾ ਹੁੰਦਾ ਆ ਜਿਹੜਾ ਅੰਦਰ ਭਰਿਆ ਹੁੰਦਾ ਆ। ਕਿਉਂਕਿ ਸਾਡੇ ਇੱਥੋਂ ਲੋਕੀ ਬਹੁਤ ਜ਼ਿਆਦਾ ਸ਼ਹੀਦ ਵੀ ਹੋਏ ਨੇ ਉੱਥੇ, ਗਰਮੀ ਦੇ ਵਿੱਚ ਵੀ, ਸਰਦੀ ਦੇ ਵਿੱਚ ਵੀ ਬਹੁਤ ਸਾਰੀਆਂ ਤੰਗੀਆਂ ਹੁੰਦੀਆਂ ਨੇ। ਹੁਣ ਮੱਛਰ ਵੀ ਹੈਗਾ ਆ, ਬਹੁਤ ਸਾਰੀਆਂ ਪ੍ਰੋਬਲਮ ਫੇਸ ਕਰਨ ਨੂੰ ਮਿਲਦੀਆਂ ਨੇ ਤੇ ਲੋਕਾਂ ਦੇ ਅੰਦਰ ਖਿੱਚ ਵੀ ਆ ਵੀ ਡੈਮੋਕ੍ਰੇਸੀ ਦੇ ਵਿੱਚ ਅਸੀਂ ਵੋਟਾਂ ਪਾ ਕੇ ਇਹਨਾਂ ਲੋਕਾਂ ਨੂੰ ਬਣਾਇਆ ਆ। ਇਹੀ ਲੋਕੀ ਸਾਡੀ ਨਹੀਂ ਸੁਣ ਰਹੇ ਅੱਜ। ਮਤਲਬ ਇਹ ਕੋਈ ਗੱਲ ਸਿਰਫ 10,000 ਬੰਦੇ ਦੀ ਨਹੀਂ ਹੈ, ਆਲ ਓਵਰ। ਮਤਲਬ ਇੰਨਾ ਵੱਡਾ ਪ੍ਰੋਟੈਸਟ ਆ, ਗਵਰਨਮੈਂਟ ਨੂੰ ਕਿਉਂ ਨਹੀਂ ਸਮਝ ਲੱਗ ਰਹੀ? ਔਰ ਜਿਹੜੇ ਲੋਕੀ ਇਹ ਜਿਹੀਆਂ ਗੱਲਾਂ ਕਰ ਰਹੇ ਨੇ ਕਿ ਇਹ ਹਿੰਦੂ ਜੀ ਪੰਜਾਬ ਦੇ ਵਿੱਚ ਹਿੰਦੂਆਂ ਦੀ ਡਿਸਰਿਸਪੈਕਟ ਕਰ ਰਹੇ ਨੇ, ਸਿੱਖਾਂ ਦੀ, ਮੈਂ ਇਹਨਾਂ ਨੂੰ ਕਹਿ ਦੇਣਾ ਚਾਹੁੰਦੀ ਹਾਂ ਵੀ ਸਾਡੇ ਪੰਜਾਬ ਦੇ ਵਿੱਚ ਕੀ, ਸਾਡੇ ਆਲ ਓਵਰ ਇੰਡੀਆ ਦੇ ਵਿੱਚ ਇਹ ਜੀ ਕੋਈ ਧਰਮਵਾਦ ਦੀ ਗੱਲ ਨਹੀਂ ਆ। ਜਿਹੜੇ ਪੋਲੀਟੀਕਲ ਲੋਕੀ, ਜਿਹੜੇ ਆਰਐਸਐਸ ਦੇ ਲੋਕੀ, ਜਿਹੜੇ ਦੰਗੇ ਫਸਾਦ ਕਰਾਉਣ ਬਾਰੇ ਗੱਲਾਂ ਸੋਚ ਰਹੇ ਨੇ ਨਾ, ਉਹ ਆਪਣੇ ਦਿਮਾਗ ਦੇ ਵਿੱਚੋਂ ਇਹੋ ਜਿਹੀ ਨੀਤੀ ਕੱਢ ਦੇਣ। ਕਿਉਂਕਿ ਉਹਨਾਂ ਨੇ ਹਮੇਸ਼ਾ ਹੀ, ਬੀਜੇਪੀ ਗਵਰਨਮੈਂਟ ਨੇ ਹਮੇਸ਼ਾ ਧਰਮ ਦੇ ਨਾਮ ਦੇ ਉੱਤੇ ਦੰਗੇ ਫਸਾਦ ਕਰਾਏ ਨੇ, ਭਾਵੇਂ ਉਹ ਗੁਜਰਾਤ ਦੇ ਵਿੱਚ ਕਰਾਏ ਹੋਣ, ਭਾਵੇਂ ਉਹਨਾਂ ਨੇ ਜਾਟ ਅੰਦੋਲਨ ਕਰਾਇਆ ਹੋਵੇ। ਇਹਨਾਂ ਦਾ ਕੰਮ ਹੀ ਆ ਧਰਮ ਦੇ ਨਾਮ ਦੇ ਉੱਤੇ ਦੰਗੇ ਫਸਾਦ ਕਰਾਉਣਾ। ਸੋ ਮੇਰੀ ਤੁਹਾਡੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਇਹੀ ਹੈ ਕਿ ਆਪਾਂ ਨੂੰ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ। ਔਰ ਜਿਹੜੇ ਲੋਕੀ ਇਹ ਕਹਿੰਦੇ ਆ ਕਿ ਅੱਛਾ ਇਹ ਲੜ ਰਹੇ ਨੇ ਫਾਰਮਰ ਪ੍ਰੋਟੈਸਟ ਦੇ ਵਿੱਚ, ਬਿੱਲ ਤੇ ਬਿਲਕੁਲ ਸਹੀ ਨੇ, ਬਟ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਐਸੈਂਸ਼ੀਅਲ ਕਮੋਡਿਟੀ ਐਕਟ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜਿਹੜਾ ਸਭ ਤੋਂ ਖਤਰਨਾਕ ਐਕਟ ਆ, ਫਾਰਮਰਸ ਇਕੱਲੇ ਆਪਣੇ ਵਾਸਤੇ ਨਹੀਂ ਲੜ ਰਹੇ, ਫਾਰਮਰਸ ਤੁਹਾਡੇ ਮਜ਼ਦੂਰਾਂ ਵਾਸਤੇ ਵੀ ਲੜ ਰਹੇ ਨੇ, ਆਮ ਲੋਕਾਂ ਵਾਸਤੇ ਵੀ ਲੜ ਰਹੇ ਨੇ। ਅੱਜ ਜੇ ਫਾਰਮਰਸ ਚਾਹਣ ਤੇ ਆਪ ਬੀਜ ਕੇ ਖਾ ਸਕਦੇ ਨੇ, ਬਟ ਜਿਹੜੇ ਮਜ਼ਦੂਰ, ਜਿਹੜੇ ਆਮ ਲੋਕੀ ਆ, ਉਹ ਕਿੱਥੋਂ ਖੇਤੀ ਕਰਕੇ ਖਾ ਸਕਦੇ ਨੇ? 1955 ਦੇ ਵਿੱਚ ਇਹ ਜਮਾਖੋਰੀ ਵਾਲਾ ਐਸੈਂਸ਼ੀਅਲ ਕਮੋਡਿਟੀ ਐਕਟ ਬਣਿਆ ਸੀਗਾ, ਜਿਹਦੇ ਵਿੱਚ ਇੰਪੋਰਟੈਂਟ ਜਿੰਨੇ ਵੀ ਚੌਲ, ਦਾਲਾਂ ਜਿਹੜੀਆਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਯੂਜ਼ ਕਰਦੇ ਆ, ਉਹਨਾਂ ਦੀ ਇੱਕ ਲਿਸਟ ਬਣੀ ਸੀਗੀ ਕਿ ਇਹਨਾਂ ਨੂੰ ਨਾ ਕੋਈ ਖਰੀਦ ਸਕਦਾ ਆ
ਡਾਇਰੈਕਟ, ਔਰ ਨਾ ਹੀ ਇਹਨੂੰ ਕੋਈ ਜਮਾਖੋਰੀ ਕਰ ਸਕਦਾ, ਨਾ ਹੀ ਇਹਨਾਂ ਨੂੰ ਕੋਈ ਸਟੋਰ ਕਰ ਸਕਦਾ ਹੈ ਗਵਰਨਮੈਂਟ ਤੋਂ ਇਲਾਵਾ। ਕਿਉਂਕਿ ਉਸ ਤੋਂ ਪਹਿਲੋਂ ਬਹੁਤ ਵੱਡੇ ਜਿਹੜੇ ਬਿਜ਼ਨਸਮੈਨ ਸੀਗੇ ਉਹਨੂੰ ਵੱਡੀ ਮਾਤਰਾ ਦੇ ਵਿੱਚ ਸਸਤਾ ਲੈ ਕੇ ਜਮਾਖੋਰੀ ਕਰ ਲੈਂਦੇ ਸੀਗੇ, ਫਿਰ ਬਹੁਤ ਮਹਿੰਗਾ ਰੇਟ ਕਰ ਦਿੰਦੇ ਸੀਗੇ ਤੇ ਫਿਰ ਵੇਚਦੇ ਸੀਗੇ, ਔਰ ਲੋਕਾਂ ਦੇ ਕੋਲ ਖਾਣ ਵਾਸਤੇ ਅਨਾਜ ਨਹੀਂ ਹੁੰਦਾ ਸੀਗਾ, ਲੁੱਟ ਖੋਹ ਹੁੰਦੀ ਸੀਗੀ, ਵੱਡੇ ਗੋਦਾਮਾਂ ਦੇ ਵਿੱਚ ਲੁੱਟਾਂ ਖੋਹਾਂ ਹੁੰਦੀਆਂ ਸੀਗੀਆਂ, ਉਹ ਲੁੱਟੇ ਜਾਂਦੇ ਸੀਗੇ। ਉਸ ਤੋਂ ਬਾਅਦ ਇਹ ਐਸੈਂਸ਼ੀਅਲ ਕਮੋਡਿਟੀ ਐਕਟ ਬਣਿਆ ਸੀਗਾ 1955 ਦੇ ਵਿੱਚ, ਇੱਕ ਜ਼ਰੂਰੀ ਪਦਾਰਥਾਂ ਦੀ ਲਿਸਟ ਬਣੀ ਸੀਗੀ ਕਿ ਇਹੋ ਜਿਹੀਆਂ ਚੀਜ਼ਾਂ ਰੋਕੀਆਂ ਜਾਣ। ਹੁਣ ਇਹੀ ਫਿਰ ਤੋਂ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚੋਂ ਇਹ ਸਾਰੀਆਂ ਗੱਲਾਂ ਹਟਾ ਦਿੱਤੀਆਂ ਗਈਆਂ ਨੇ। ਤਾਂ ਇਹ ਜੇ ਹਟਾ ਦਿੱਤੀਆਂ ਗਈਆਂ, ਤੁਸੀਂ ਆਪ ਸੋਚੋ ਅੱਜ ਪੈਟਰੋਲ ਤੇ ਡੀਜ਼ਲ ਦਾ ਰੇਟ ਵੇਖੋ ਕਿੱਥੇ ਪਹੁੰਚਿਆ, 90 ਤੇ 100 ਰੁਪਏ ਦੇ ਵਿੱਚ ਪਹੁੰਚਿਆ। ਜਦੋਂ ਤੱਕ ਇਹ ਗਵਰਨਮੈਂਟ ਦੇ ਥੱਲੇ ਸੀਗਾ ਉਦੋਂ ਤੱਕ ਆਪਾਂ ਗਵਰਨਮੈਂਟ ਦੇ ਖਿਲਾਫ ਆਪਾਂ ਸਟ੍ਰਾਈਕਸ ਕਰ ਲੈਂਦੇ ਸੀਗੇ ਕਿ ਨਹੀਂ ਜੀ ਰੇਟ ਵੱਧ ਰਿਹਾ। ਹੁਣ ਮਾਰਕੀਟ ਦੇ ਵਿੱਚ ਆ ਕੇ ਆਪਾਂ ਕਿੱਥੇ ਸਟ੍ਰਾਈਕ ਕਰੀਏ? ਮਾਰਕੀਟ ਦੇ ਲੋਕਾਂ ਦੇ ਨਾਲ ਤੇ ਸਟ੍ਰਾਈਕ ਨਹੀਂ ਕਰ ਸਕਦੇ। ਉਹੀ ਹਾਲ ਹੁਣ ਅੱਗੇ ਜਾ ਕੇ ਇਹਦਾ ਹੋਊਗਾ ਜੇ ਆਪਾਂ ਇਸ ਬਿੱਲਾਂ ਦੇ ਖਿਲਾਫ ਲੜਾਈ ਨਹੀਂ ਕੀਤੀ। ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚੋਂ ਉਹ ਸਾਰੀਆਂ ਜ਼ਰੂਰਤ ਦੀਆਂ ਜਿੰਨੀਆਂ ਵੀ ਡੇਲੀ ਯੂਜ਼ਸ ਚੀਜ਼ਾਂ ਹੈ ਉਹ ਇਹਨਾਂ ਨੇ ਹਟਾ ਦਿੱਤੀਆਂ ਆ। ਉਹਦੇ ਵਿੱਚ ਹੁਣ ਕੋਈ ਵੀ ਉਹਨੂੰ ਸਟੋਰ ਕਰ ਸਕਦਾ ਆ, ਕੋਈ ਵੀ ਇਹਨੂੰ ਵੇਚ ਸਕਦਾ ਆ, ਵਿਚ ਇਜ਼ ਰੀਅਲੀ ਬਿਗ ਥਿੰਗ। ਜਿਹੜਾ ਕ੍ਰਾਈਮ ਆ ਅੱਗੇ ਆਉਣ ਵਾਲੇ ਟਾਈਮ ਤੇ ਕੀ ਹੋਊਗਾ, ਅੰਡਾਨੀ ਜਾਂ ਵੱਡੇ ਪੈਸੇ ਵਾਲੇ ਲੋਕੀ ਇਹੀ ਗ੍ਰੇਨਸ ਨੂੰ ਸਸਤਾ ਲੈ ਕੇ ਵੱਡੇ ਲੈਵਲ ਦੇ ਉੱਤੇ ਸਟੋਰ ਕਰ ਲੈਣਗੇ, ਫਿਰ ਇਹਨੂੰ ਇੰਨਾ ਮਹਿੰਗਾ ਕਰ ਦੇਣਗੇ ਕਿ ਜਿਹੜਾ ਆਮ ਮਜ਼ਦੂਰ ਆ, ਜਿਹੜਾ ਆਮ ਆਦਮੀ ਆ, ਉਹ ਇਹਨੂੰ ਨਹੀਂ ਖਰੀਦ ਪਾਊਗਾ। ਸੋ ਸਾਨੂੰ ਸਮਝਣ ਦੀ ਲੋੜ ਆ, ਸਾਡੇ ਫਾਰਮਰਸ ਇਕੱਲੇ ਆਪਣੇ ਵਾਸਤੇ ਨਹੀਂ ਲੜ ਰਹੇ। ਫਾਰਮਰਸ ਜੇ ਅੱਜ ਬੀਜ ਕੇ ਖਾ ਸਕਦੇ ਆ, ਬਟ ਜਿਹੜੇ ਸਾਡੇ ਮਜ਼ਦੂਰ ਆ, ਜਿਹੜੇ ਸਾਡੇ ਦੁਕਾਨਦਾਰ ਆ, ਸਾਰੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਆ। ਫਾਰਮਰਸ ਜਿਹੜੇ ਸੜਕਾਂ ਦੇ ਉੱਤੇ ਬੈਠੇ ਆ ਤੁਹਾਡੇ ਲੋਕਾਂ ਕਰਕੇ ਬੈਠੇ ਆ। ਅੱਜ ਮੈਨੂੰ ਇੱਕ ਮੁੰਡਾ ਚਾਹ ਪਿਲਾਉਣ ਆਇਆ ਸੀਗਾ, ਉਹਨੇ ਮੈਨੂੰ ਕਿਹਾ ਅੱਛਾ ਜੀ ਉਹ ਧਰਨੇ ਵਾਲੋਂ ਨੇ ਬੰਦ ਕਰ ਰੱਖਿਆ। ਮੈਂ ਉਹਨੂੰ ਇੱਕ ਗੱਲ ਕਲਾਸ ਲਾਈ, ਉਹਨੂੰ ਮੈਂ ਪੁੱਛਿਆ ਧਰਨੇ ਵਾਲਿਆਂ ਨੇ ਆਪਣੇ ਵਾਸਤੇ ਬੰਦ ਕੀਤਾ, ਤੁਹਾਡੇ ਵਾਸਤੇ ਵੀ ਤੇ ਬੰਦ ਕੀਤਾ ਆ। ਕੱਲ ਨੂੰ ਤੁਹਾਡੇ ਵਰਗੇ ਲੋਕੀ, ਮੈਂ ਉਹਨੂੰ ਪੁੱਛਿਆ ਆਟਾ ਕਿੰਨੇ ਰੁਪਏ ਕਿਲੋ, ਕਹਿੰਦਾ 20 ਜਾਂ 30 ਰੁਪਏ ਕਿਲੋ। ਮੈਂ ਕਿਹਾ ਕੱਲ ਨੂੰ ਇਹੀ ਆਟਾ 500 ਰੁਪਏ ਕਿਲੋ ਹੋ ਜਾਊਗਾ, 500 ਦਾ ਮਿਲਣਾ ਸ਼ੁਰੂ ਹੋ ਜਾਊਗਾ। ਇੰਨੀ ਤੇਰੀ ਦਿਹਾੜੀ ਨਹੀਂ ਹੋਣੀ, ਤੂੰ ਖਰੀਦ ਲੇਗਾ, ਤੂੰ ਰੋਟੀ ਖਾ ਲੇਗਾ। ਇਹ ਫਾਰਮਰਸ ਤੁਹਾਡੀ ਰੋਟੀ ਵਾਸਤੇ ਲੜ ਰਹੇ ਨੇ, ਇਹ ਆਮ ਦੁਕਾਨਦਾਰਾਂ ਵਾਸਤੇ ਲੜ ਰਹੇ ਨੇ, ਇਹ ਆਮ ਮਜ਼ਦੂਰਾਂ ਵਾਸਤੇ ਲੜ ਰਹੇ ਨੇ। ਤਾਈਓ ਆਪਾਂ ਕਹਿੰਦੇ ਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਸਾਰਿਆਂ ਵਾਸਤੇ ਲੜ ਰਹੇ ਨੇ। ਤੁਹਾਨੂੰ ਲੋਕਾਂ ਨੂੰ ਸਮਝ ਕਿਉਂ ਨਹੀਂ ਲੱਗਦੀ? ਇਹਦੇ ਵਿੱਚ ਧਰਮ ਕਿੱਥੋਂ ਆ ਗਿਆ? ਇਹਦੇ ਵਿੱਚ ਹਿੰਦੂ ਸਿੱਖ ਕਿੱਥੋਂ ਆ ਗਿਆ? ਇਹਦੇ ਵਿੱਚ ਉਹ ਸਾਰਿਆਂ ਵਾਸਤੇ ਲੜ ਰਹੇ ਨੇ। ਸੋ ਇਸ ਟਾਈਮ ਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨੀ ਚਾਹੀਦੀ ਆ, ਇਕੱਠੇ ਰਹਿਣਾ ਚਾਹੀਦਾ ਆ, ਨਾ ਕਿ ਇਹ ਧਰਮਵਾਦ ਦੀਆਂ ਗੱਲਾਂ ਆਪਣੇ ਵਿੱਚ ਆਉਣ ਵੀ ਦੇਣੀਆਂ ਚਾਹੀਦੀਆਂ। ਕਿਉਂਕਿ ਇਹ ਕੁਝ ਪੋਲੀਟੀਕਲ ਲੋਕੀ ਆ ਜਿਹੜੇ ਹਮੇਸ਼ਾ ਆਪਣੀਆਂ ਰੋਟੀਆਂ ਸੇਕਦੇ ਨੇ ਧਰਮ ਦੇ ਉੱਤੇ ਲੜਾਈ ਕਰਵਾ ਕੇ। ਇਹਨਾਂ ਲੋਕਾਂ ਨੇ ਇਹੀ ਕੁਝ ਕੀਤਾ ਆ, ਇਹੀ ਕੁਝ ਕਰਨਾ ਆ। ਇਹ ਸਾਨੂੰ ਸਮਝਣ ਦੀ ਲੋੜ ਹੈ। ਜੇ ਆਪਾਂ ਇਸ ਬਿੱਲਾਂ ਦੀ ਲੜਾਈ ਲੜ ਰਹੇ ਆ, ਸਾਨੂੰ ਇਹ ਬਿੱਲ ਪੜ੍ਹਨ ਦੀ ਲੋੜ ਆ ਵੀ ਐਸੈਂਸ਼ੀਅਲ ਕਮੋਡਿਟੀ ਐਕਟ ਕੀ ਹੈ, APMC ਐਕਟ ਕੀ ਹੈ। ਮੰਡੀਆਂ ਦੇ ਵਿੱਚ ਜਿਹੜੀ ਚੀਜ਼ ਖਰੀਦ ਹੁੰਦੀ ਸੀਗੀ ਹੁਣ ਉਹਨਾਂ ਨੇ ਉਹ ਵੀ ਬੰਦ ਕਰ ਦਿੱਤੀ ਆ। ਹੁਣ ਕੋਈ ਵੀ ਖਰੀਦ ਸਕਦਾ, ਕਿਤੇ ਵੀ ਜਾ ਕੇ ਖਰੀਦ ਸਕਦਾ ਆ। ਤੁਹਾਨੂੰ ਲੱਗਦਾ ਹੈ ਵੀ ਇਹ ਚੀਜ਼ ਸੇਫ ਹੋਊਗੀ ਆਮ ਛੋਟੇ ਫਾਰਮਰਸ ਵਾਸਤੇ ਜਾਂ ਲੋਕਾਂ ਵਾਸਤੇ ਸੇਫ ਹੋਊਗੀ? ਨਹੀਂ। ਸੋ ਸਾਨੂੰ ਇਹ ਸਮਝਣ ਦੀ ਲੋੜ ਹੈ, ਸਾਨੂੰ ਪੜ੍ਹਨ ਦੀ ਲੋੜ ਹੈ। ਸਾਨੂੰ ਪਲੀਜ਼ ਹੱਥ ਜੋੜ ਕੇ ਮੇਰੀ ਇਹੀ ਬੇਨਤੀ ਹੈ ਵੀ ਜਿਹੜੇ ਵੀ ਫਾਰਮਰਸ ਜਿਹੜੇ ਇਹ ਸੋਚਦੇ ਆ ਕਿ ਫਾਰਮਰਸ ਇਕੱਲੇ ਆਪਣੇ ਵਾਸਤੇ ਬੈਠੇ ਆ, ਉਹਨਾਂ ਨੂੰ ਐਸੈਂਸ਼ੀਅਲ ਕਮੋਡਿਟੀ ਐਕਟ ਪਲੀਜ਼ ਤੁਸੀਂ ਜਾ ਕੇ ਪੜ੍ਹੋ ਵੀ ਆਉਣ ਵਾਲੇ ਟਾਈਮ ਦੇ ਉੱਤੇ ਲੋਕੀ ਤੁਹਾਡਾ ਕਿੰਨਾ ਬੁਰਾ ਹਾਲ ਕਰਨਗੇ। ਅੰਡਾਨੀਆਂ ਨੇ ਆਲਰੇਡੀ ਵੱਡੇ ਸੈਲੋਸ ਬਣਾ ਲਏ ਆਪਣੇ, ਇਹ ਸਭ ਕੁਝ ਤੁਹਾਡਾ ਅਨਾਜ ਸਸਤਾ ਲੈ ਕੇ ਉੱਥੇ ਵੇਚਣ ਵਾਸਤੇ, ਉੱਥੇ ਇਕੱਠਾ ਕਰਨ ਵਾਸਤੇ। ਤੁਸੀਂ ਸੋਚੋ ਬਾਹਰ ਦੀਆਂ ਕੰਟਰੀਜ਼ ਜਿੰਨੀਆਂ ਵੀ ਆ, ਇਹ ਤੁਹਾਡੇ ਇੱਥੇ ਖੇਤਾਂ ਦੇ ਵਿੱਚ ਆ ਕੇ ਪਰਫਿਊਮਸ ਵਾਸਤੇ ਕੋਈ ਵੀ ਕਿਸੇ ਵੀ ਤਰੀਕੇ ਦੀ ਖੇਤੀ ਕਰ ਸਕਦੇ ਆ। ਇਹ ਤੁਹਾਡੇ ਫੁੱਲ ਲਾ ਦੇਣਗੇ, ਉਹਦੇ ਪਰਫਿਊਮਸ ਦੀ ਖੇਤੀ, ਪਰਫਿਊਮਸ ਬਣਨ ਵਾਸਤੇ ਕਿਸੇ ਹੋਰ ਤਰੀਕੇ ਦੀ ਵੀ ਖੇਤੀ ਕਰ ਸਕਦੇ ਆ। ਸੋ ਆਪਾਂ ਉਹਨਾਂ ਦੇ ਮੁਹਤਾਜ ਕਿਉਂ ਬਣੀਏ ਇਹ ਸਾਰੀਆਂ ਗੱਲਾਂ ਵਾਸਤੇ? ਸੋ ਸਾਨੂੰ ਇਹ ਸਮਝਣ ਦੀ ਲੋੜ ਆ, ਇਸ ਗੱਲਾਂ ਦੇ ਉੱਤੇ ਵਾਈਡ ਡਿਸਕਸ਼ਨ ਕਰਨ ਦੀ ਲੋੜ ਹੈ। ਸਾਨੂੰ ਆਪਣੇ ਬਿੱਲਾਂ ਦੀ ਨੌਲੇਜ ਹੋਣੀ ਚਾਹੀਦੀ ਹੈ, ਉਹਦੇ ਬਾਰੇ ਵਾਈਡ ਗੱਲਾਂ ਕਰਨੀਆਂ ਚਾਹੀਦੀਆਂ ਨੇ। ਹੱਥ ਜੋੜ ਕੇ ਇਹੀ ਬੇਨਤੀ ਹੈ, ਜਿੱਥੇ ਵੀ ਸਾਡੇ ਕਿਸਾਨ ਬੈਠੇ ਨੇ, ਜਿੱਥੇ ਵੀ ਸਾਡੇ ਬਜ਼ੁਰਗ ਬੈਠੇ ਨੇ, ਉਹਨਾਂ ਦੀ ਰਿਸਪੈਕਟ ਕਰੋ, ਉਹਨਾਂ ਦੀ ਸੇਵਾ ਕਰੋ, ਕਿਉਂਕਿ ਉਹ ਤੁਹਾਡੇ ਕਰਕੇ ਹੀ ਲੜ ਰਹੇ ਆ। ਜੇ ਅੱਜ ਮੈਂ ਵੀ ਲੜ ਰਹੀ ਹਾਂ, ਤੁਹਾਡੇ ਕਰਕੇ ਹੀ ਲੜ ਰਹੀ ਹਾਂ। ਜਿੰਨੇ ਵੀ ਇਸ ਮੁਹਿੰਮ ਦੇ ਵਿੱਚ ਜਾਂ ਇੰਨੇ ਮੋਰਚੇ ਦੇ ਵਿੱਚ ਯੋਗਦਾਨ ਪਾ ਰਹੇ ਨੇ, ਉਹ ਤੁਹਾਡੇ ਲੋਕਾਂ ਕਰਕੇ ਹੀ ਲੜ ਰਹੇ ਆ। ਭਾਵੇਂ ਉਹਦੇ ਵਿੱਚ ਦੁਕਾਨਦਾਰ ਹੋਣ, ਬਾਰ-ਬਾਰ ਰਿਪੀਟ ਇਸ ਕਰਕੇ ਕਰ ਰਹੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਲੱਗਣੀ ਚਾਹੀਦੀ ਹੈ। ਭਾਵੇਂ ਉਹ ਦੁਕਾਨਦਾਰ ਹੋਣ, ਭਾਵੇਂ ਉਹ ਮਜ਼ਦੂਰ ਹੋਣ, ਤੁਹਾਡੀ ਰੋਟੀ ਕਰਕੇ ਲੜ ਰਹੇ ਆ। ਸੋ ਪਲੀਜ਼ ਇਹ ਗੱਲ ਯਾਦ ਰੱਖੋ, ਕਿਸਾਨਾਂ ਦੀ ਰਿਸਪੈਕਟ ਕਰੋ, ਧਰਮ ਦੇ ਨਾਂ ਦੇ ਉੱਤੇ ਲੜਾਈ ਨਾ ਕਰਿਓ, ਕਿਸੇ ਦੀਆਂ ਗੱਲਾਂ ਵਿੱਚ ਨਾ ਆਇਓ। ਅਸੀਂ ਬੀਜੇਪੀ ਗਵਰਨਮੈਂਟ ਦੇ ਖਿਲਾਫ ਹਾਂ। ਬੀਜੇਪੀ ਗਵਰਨਮੈਂਟ ਦੇ ਵਿੱਚ ਭਾਵੇਂ ਕੋਈ ਸਿੱਖ ਆਉਂਦਾ ਹੋਵੇ, ਭਾਵੇਂ ਕੋਈ ਹਿੰਦੂ ਆਉਂਦਾ ਹੋਵੇ, ਕੋਈ ਵੀ ਆਉਂਦਾ ਹੋਵੇ, ਅਸੀਂ ਉਸ ਬੰਦੇ ਦੇ ਖਿਲਾਫ ਹਾਂ।
ਸੋ ਬਸ ਇਹੀ ਗੱਲ ਕਹਿਣਾ ਚਾਹੁੰਦੀ ਸੀ ਵਿਚ ਇਜ਼ ਰੀਅਲੀ ਵੈਰੀ ਇੰਪੋਰਟੈਂਟ। ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਤੇ ਸਪੋਰਟ ਕਰਿਓ ਤਾਂ ਕਿ ਲੋਕਾਂ ਤੱਕ ਇਹ ਜਦੋਂ ਤੱਕ ਬਹੁਤ ਸਾਰੇ ਲੋਕਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ, ਤਾਂ ਕਿ ਅਸੀਂ ਇਸ ਜਿਹੜੀਆਂ ਸਭ ਕੁਝ ਲੋਕੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ RSS ਤੇ ਲੋਕੀ, ਆਪਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਈਏ, ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹੀਏ, ਆਪਾਂ ਇਸ ਪ੍ਰੋਟੈਸਟ ਨੂੰ ਸਪੋਰਟ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।